सत श्री अकाल। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਅੱਜ ਦੀ ਕਲਾਸ ਵਿੱਚ ਅਸੀਂ ਵੀਰ ਕਾਵਿ ਧਾਰਾ ਦੇ ਪ੍ਰਸਿੱਧ ਕਵੀ ਨਜ਼ਾਬਤ ਦੀ ਲਿਖੀ ਹੋਈ ਵਾਰ ਨਾਦਰ ਸ਼ਾਹ ਦੇ ਕਾਵਿ-ਬੰਧ ਕਰਨਾਲ ਦੀ ਲੜਾਈ ਸਿਰਲੇਖ ਹੇਠ ਜੋ ਦਰਜ ਹੈ ਉਸ ਦੇ ਭਾਗ 2 ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਸ ਵਾਰ ਵਿੱਚ ਜਾਂ ਇਸ ਕਾਵਿ-ਬੰਧ ਵਿੱਚ ਕਵੀ ਨੇ ਜਦੋਂ ਨਾਦਰ ਸ਼ਾਹ ਅਤੇ ਮੁਹੰਮਦ ਸ਼ਾਹ ਰੰਗੀਲੇ ਦੀਆਂ ਸੈਨਾਵਾਂ ਦਾ ਕਰਨਾਲ ਦੇ ਮੈਦਾਨ ਦੇ ਵਿੱਚ ਭਿਆਨਕ ਯੁੱਧ ਹੋ ਰਿਹਾ ਹੈ, ਯੁੱਧ ਦੇ ਉਸ ਦ੍ਰਿਸ਼ ਨੂੰ ਪੇਸ਼ ਕੀਤਾ ਹੈ। ਕਵੀ ਕਹਿ ਰਿਹਾ ਹੈ ਕਿ ਉਹਨਾਂ ਕੀਤੀ ਵਾਢ ਹਥਿਆਰਾਂ 7.5 ਕੋ, ਯਾਨੀ ਕਿ ਜੋ ਦੋਹੇਂ ਧਿਰਾਂ ਆਪਸ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਕਰਨਾਲ ਦੇ ਮੈਦਾਨ ਦੇ ਵਿੱਚ ਆਮੋ ਸਾਹਮਣੇ ਇੱਕ ਦੂਜੇ ਦੇ ਨਾਲ ਟੱਕਰ ਲੈ ਰਹੀਆਂ ਸਨ, ਇੱਕ ਦੂਜੇ ਦੇ ਨਾਲ ਜੁਟੀਆਂ ਹੋਈਆਂ ਸਨ ਯੁੱਧ ਦੇ ਮੈਦਾਨ ਦੇ ਵਿੱਚ, ਤਾਂ ਉਸ ਵੇਲੇ ਮੈਦਾਨ ਦਾ ਕੀ ਨਜ਼ਾਰਾ ਸੀ ਜਾਂ ਕੀ ਹਾਲ ਸੀ ਉਸ ਨੂੰ ਬਿਆਨ ਕਰਦਾ ਹੋਇਆ ਕਵੀ ਲਿਖ ਰਿਹਾ ਹੈ ਕਿ ਉਹਨਾਂ ਕੀਤੀ ਵਾਢ ਹਥਿਆਰਾਂ, ਭਾਵ ਆਪਣੇ ਭਿਆਨਕ ਹਥਿਆਰਾਂ ਦੇ ਨਾਲ, ਜੋ ਤੋਪਾਂ ਸਨ, ਤਮੂਰਚੇ ਸਨ ਉਹਨਾਂ ਦੇ ਕੋਲ ਜਾਂ ਬੰਦੂਕਾਂ ਸਨ, ਉਹਨਾਂ ਦੇ ਨਾਲ ਇਸ ਤਰ੍ਹਾਂ ਵਾਢਾ ਲਾ ਲਿਆ ਸੀ ਦੁਸ਼ਮਣ ਦੀ ਸੈਨਾ ਨੂੰ, ਭਾਵ ਇੱਕ ਵੱਢੋਂ ਲੈ ਕੇ ਨਿਰੰਤਰ ਜੋ ਸੀ ਉਹ ਬਹੁਤ ਬੁਰੀ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਦੇ ਜਾ ਰਹੇ ਸਨ। 7.5 ਕੋ, ਲਗਭਗ 7.5 ਕੋ ਪੁਰਾਣੇ ਜ਼ਮਾਨੇ ਦੇ ਵਿੱਚ ਦੂਰੀ ਨੂੰ ਮਾਪਣ ਦਾ ਜੋ ਇੱਕ ਢੰਗ ਸੀ ਜਾਂ ਪੈਮਾਨਾ ਸੀ ਉਹ ਕੋਹ ਹੁੰਦਾ ਹੈ, ਜਿਸ ਨੂੰ ਅੱਜ ਮੀਲ ਕਿਹਾ ਜਾਂਦਾ ਹੈ। ਕੋਹ ਅਤੇ ਮੀਲ ਦੇ ਵਿੱਚ ਥੋੜ੍ਹਾ ਅੰਤਰ ਵੀ ਹੁੰਦਾ ਹੈ, ਲਗਭਗ 1.25 ਮੀਲ ਦੇ ਕਰੀਬ ਜੋ ਦੂਰੀ ਹੈ ਉਸ ਨੂੰ ਕੋਹ ਕਹਿ ਦਿੱਤਾ ਜਾਂਦਾ ਹੈ। ਸੋ ਕਵੀ ਕਹਿ ਰਿਹਾ ਹੈ ਕਿ 7.5 ਕੋ ਤੱਕ ਦਾ ਜੋ ਏਰੀਆ ਸੀ ਉਹ ਲਾਸ਼ਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਭਰ ਚੁੱਕਿਆ ਸੀ। ਜਿਉਂ ਖਾਧੀ ਭਾਂਜ ਕੁਫਾਰਾਂ ਅੱਗੇ ਅਲੀ ਦੇ, ਅਤੇ ਮੈਦਾਨੇ ਜੰਗ ਦੇ ਵਿੱਚ ਇਸ ਤਰ੍ਹਾਂ ਹਾਲ ਹੋ ਰਿਹਾ ਸੀ ਸੈਨਾਵਾਂ ਦਾ, ਜਿਸ ਤਰ੍ਹਾਂ ਜੋ ਹਜ਼ਰਤ ਅਲੀ ਜੋ ਸੀ ਜਦੋਂ ਉਹਨੇ ਮੈਦਾਨੇ ਜੰਗ ਦੇ ਵਿੱਚ ਕੁਫਾਰਾਂ ਭਾਵ ਜੋ ਕਾਫਿਰ ਸਨ ਉਹਨਾਂ ਨੂੰ ਅੱਗੇ ਲਾ ਲਿਆ ਸੀ, ਭਾਵ ਮੈਦਾਨੇ ਜੰਗ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਪਾਸੜ ਸਥਿਤੀ ਬਣ ਗਈ ਸੀ ਕਿ ਅਲੀ ਦੀ ਸੈਨਾ ਬਹੁਤ ਭਾਰੂ ਸੀ ਅਤੇ ਜੋ ਕਾਫਿਰ ਸਨ ਉਹਨਾਂ ਦੀ ਸੈਨਾ ਜੋ ਸੀ ਉਹ ਥੋੜ੍ਹਾ ਉਸ ਦੇ ਅੱਗੇ ਟਿਕ ਨਹੀਂ ਸੀ ਪਾ ਰਹੀ। ਠੀਕ ਇਸੇ ਤਰ੍ਹਾਂ ਦੀ ਸਥਿਤੀ ਕਰਨਾਲ ਦੇ ਮੈਦਾਨ ਦੇ ਵਿੱਚ ਹੋ ਰਹੀ ਸੀ ਮੁਹੰਮਦ ਸ਼ਾਹ ਰੰਗੀਲੇ ਦੀਆਂ ਸੈਨਾਵਾਂ ਦੀ, ਕਿਉਂਕਿ ਨਾਦਰ ਸ਼ਾਹ ਇਰਾਨੀ ਦੀ ਜਿਹੜੀ ਫੌਜ ਸੀ ਉਹ ਭਾਰੀ ਪੈ ਰਹੀ ਸੀ। ਜਿਉਂ ਟੁੱਟੀ ਕਾਂਗ ਸੰਸਾਰਾਂ ਪਏ ਬਰੇਤਿਆਂ, ਅਤੇ ਮੈਦਾਨੇ ਜੰਗ ਦੇ ਵਿੱਚ ਦੋਹਾਂ ਧਿਰਾਂ ਦੇ ਸੈਨਿਕ ਇਸ ਤਰ੍ਹਾਂ ਮੌਤ ਦੇ ਘਾਟ ਉਤਰੇ ਪਏ ਸਨ, ਜਿਸ ਤਰ੍ਹਾਂ ਹੜ੍ਹ ਦੇ ਕਾਂਗ ਭਾਵ ਹੜ੍ਹ ਉਤਰਨ ਤੋਂ ਬਾਅਦ ਬਰੇਤਿਆਂ ਦੇ ਉੱਤੇ, ਬਨੇਰਿਆਂ ਦੇ ਉੱਤੇ ਜੋ ਦਰਿਆਵਾਂ ਦੇ ਬਰੇਤੇ ਹੁੰਦੇ ਹਨ ਉੱਥੇ ਸੰਸਾਰਾਂ ਭਾਵ ਮਗਰਮੱਛ ਪਏ ਹੁੰਦੇ ਹਨ। ਠੀਕ ਇਸੇ ਤਰ੍ਹਾਂ ਭਿਆਨਕ ਯਾਨੀ ਕਿ ਵੱਡੇ ਵੱਡੇ ਸਰੀਰਾਂ ਵਾਲੇ ਤਾਕਤਵਰ ਜੋ ਸੈਨਿਕ ਸਨ ਦੋਹਾਂ ਧਿਰਾਂ ਦੇ, ਉਹ ਮੈਦਾਨੇ ਜੰਗ ਦੇ ਵਿੱਚ ਚੌਫਾਲ ਪਏ ਸਨ, ਮੌਤ ਨੂੰ ਪ੍ਰਣਾ ਗਏ ਸਨ। ਕਲ ਅਤੇ ਨਾਰਦ ਗਾਰਾਂ ਛਪੇ ਮੌਤ ਥੀ, ਭਾਵ ਇੰਨਾ ਭਿਆਨਕ ਯੁੱਧ ਹੋ ਰਿਹਾ ਸੀ ਕਿ ਕਲ ਅਤੇ ਨਾਰਦ ਜਿਹੜੇ ਇਸ ਯੁੱਧ ਦੇ ਮੁੱਖ ਕਾਰਨ ਸਨ, ਕਿਉਂਕਿ ਨਾਰਦ ਤੋਂ ਭਾਵ ਹੈ ਉਸ ਵੇਲੇ ਜੋ ਜਨਤਾ ਦੇ ਵਿੱਚ ਔਰ ਹਿੰਦੁਸਤਾਨੀ ਰਾਜਾ ਜੋ ਮੁਹੰਮਦ ਸ਼ਾਹ ਰੰਗੀਲਾ ਸੀ ਉਹਨਾਂ ਦੇ ਵਿੱਚ ਜੋ ਆਪਸੀ ਭੇਦਭਾਵ ਸੀ, ਕਿਉਂਕਿ ਰਾਜਾ ਜੋ ਸੀ ਉਹ ਭੇਦਭਾਵ ਕਰਦਾ ਸੀ ਕਿਸ ਨਾਲ, ਜਨਤਾ ਦੇ ਨਾਲ, ਅਤੇ ਜਨਤਾ ਸ਼ੋਸ਼ਣ ਦੀ ਸਤਾਈ ਹੋਈ ਉਹ ਹਮਲਾਵਰ ਦਾ ਸਾਥ ਦੇ ਰਹੀ ਸੀ। ਇਸ ਤਰ੍ਹਾਂ ਇੰਨਾ ਭਿਆਨਕ ਯੁੱਧ ਹੋ ਰਿਹਾ ਸੀ ਕਿ ਜੋ ਮਿਥਿਹਾਸਕ ਪਾਤਰ ਸਨ ਕਲ ਅਤੇ ਨਾਰਦ ਜਿਹੜੇ ਸਨ, ਭਾਵ ਜਨਤਾ ਅਤੇ ਰਾਜਾ ਜੋ ਸੀ ਉਹਨਾਂ ਨੇ ਯੁੱਧ ਦਾ ਬਿਗੁਲ ਵਜਾ ਤਾਂ ਦਿੱਤਾ ਸੀ, ਪਰ ਹੁਣ ਉਹ ਵੀ ਡਰਦੇ ਹੋਏ ਇੱਕ ਤਰ੍ਹਾਂ ਦੇ ਨਾਲ ਲੁਕਦੇ ਫਿਰ ਰਹੇ ਸਨ ਕਿ ਕਿਸੇ ਤਰ੍ਹਾਂ ਉਹਨਾਂ ਦਾ ਬਚਾਅ ਹੋ ਸਕੇ, ਕਿਉਂਕਿ ਭਿਆਨਕ ਯੁੱਧ ਹੋ ਰਿਹਾ ਸੀ ਮੈਦਾਨੇ ਜੰਗ ਦੇ ਵਿੱਚ। ਪਰ ਇਜ਼ਰਾਈਲ ਨਾ ਸਾਰਾ ਮੂਲੇ ਲੱਧੀਆਂ, ਇੰਨੀਆਂ ਜੋ ਲਾਸ਼ਾਂ ਮੈਦਾਨੇ ਜੰਗ ਦੇ ਵਿੱਚ ਵਿਛੀਆਂ ਪਈਆਂ ਸਨ, ਇਜ਼ਰਾਈਲ ਜੋ ਮੌਤ ਦਾ ਫਰਿਸ਼ਤਾ ਹੈ ਉਸ ਨੂੰ ਵੀ ਕੋਈ ਖਬਰਸਾਰ ਨਹੀਂ ਸੀ, ਭਾਵ ਉਸ ਨੂੰ ਵੇਲ ਨਹੀਂ ਸੀ ਮਿਲ ਰਹੀ। ਮੈਦਾਨੇ ਜੰਗ ਦੇ ਵਿੱਚ ਇੰਨੀਆਂ ਲਾਸ਼ਾਂ ਬਿਖਰੀਆਂ ਪਈਆਂ ਸਨ ਕਿ ਉਹਨਾਂ ਸਾਰੀਆਂ ਦੀ ਮੂਲੋਂ ਜੋ ਸੀ ਗਿਣਤੀ ਸਾਰ ਲੈ ਸਕਣਾ, ਉਸ ਦੀ ਗਿਣਤੀ ਹਿਸਾਬ ਕਿਤਾਬ ਜੋ ਲੇਖਾ ਜੋਖਾ ਹੈ ਉਹ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਮੌਤ ਦਾ ਫਰਿਸ਼ਤਾ ਜੋ ਹੈ ਦੁਨੀਆ 'ਤੇ ਹੋਣ ਵਾਲੀ ਹਰ ਘਟਨਾ ਦਾ ਲੇਖਾ ਜੋਖਾ ਰੱਖਦਾ ਹੈ, ਉਹ ਇੰਨੀ ਭਿਆਨਕ ਘਟਨਾ ਸੀ, ਇੰਨਾ ਭਿਆਨਕ ਯੁੱਧ ਸੀ ਕਿ ਉਸ ਨੂੰ ਦੇਖ ਕੇ ਉਹ ਵੀ ਦਹਿਲ ਗਿਆ ਸੀ ਅਤੇ ਉਸ ਦਾ ਹਿਸਾਬ ਕਿਤਾਬ ਉਸ ਦੇ ਹੱਥੋਂ ਹੋ ਨਹੀਂ ਸੀ ਰਿਹਾ। ਫਿਰ ਕਵੀ ਕਹਿ ਰਿਹਾ ਹੈ
कि अफजल कुली मैदान में दोवें मुछ संवारे, यानी कि जदों 7.5 को वाड़ लग गई है मैदान दे विच, फौजी सैनिक जो मैदाने जंग दे विच 7.5 को दे एरिए दे विच जो फैली हुई फौज सी वो मौत नूं प्राप्त हो गई है। मैदान जो है लाशां दे नाल अट गया है। तो अफजल कुली भाव जो नादिर शाह ईरानी का जो सैनापति सी वो बड़ा मैदाने जंग दे विच फखर महसूस कर रहा है, क्योंकि उसने मुहम्मद शाह रंगीले दियां सैना दे आहू ला दिते सन। दोवें मुछ संवारे भाव बड़े गुमान दे नाल जो है फिर रहा है। वो शेर अराकी पलकिया करदा ललकारे, तो वो एक तरह दे नाल अपने हौमे दे विच गुमान दे विच अपने इराकी घोड़े नूं जो है एक तरह दे नाल अड्डी मार के दुश्मन नूं आखिरी पलां दे विच ललकारदा होया वंगारदा होया मैदाने जंग नूं वाहोदाही आ रहा है। वो सज्जियों मिर्जे नूर बेग नूं आण पुकारे। उसने सज्जे पासे जंग की कमान संभाल रहे नूर बेग जो सैनापति सी मिर्जा नूर बेग, उसनों आण के ललकारिया पुकारिया। खा गुस्सा परतिया नूर बेग दिल फिरी करारे, पर दुश्मन द्वारा इस तरह अपने ही देश की धरती उत्ते इस तरह वंगारना या इस तरह ललकारना जो सी नूर बेग की छाती ते भी एक जो सी करारी चोट कर गया। वो भी बड़ी तैश दे विच आके बड़े गुस्से दे विच आके उसने उसकी ललकार नूं या उसके वंगार नूं जो सी असैप्ट करदियां होया, चुनौती नूं स्वीकार करदियां होया उसनूं जो है मैदानी जंग दे विच उसदे वल सीधा हो तुरिया। ज्यों विरसिया होया मारते हड़ शेर च मारे, जिस तरह जो है विरसिया होया भाव जख्मी शेर जो है, जिस तरह जख्मी शेर अचानक गुस्से दे विच आके अपने शिकार ते जो है धावा बोल देंदा है, ठीक इस तरह ही मैदाने जंग दे विच जो मुहम्मद शाह रंगीले दियां सैनावां सन, उन्हां दा घाण होण तो बाद, उन्हां दी मार काट होण तो बाद मिर्जा नूर बेग जो सी उन्हां दा सैनापति, वो इन्ने गुस्से विच सी कि उन्हें अफजल कुली जो ईरानी सैनापति सी उसकी ललकार नूं एक वंगार वजों स्वीकार करदियां होया उस ते इन्ना जबरदस्त धावा बोलिया, जिस तरह शेर जो है जख्मी होया शेर गुस्से विच आके शिकार नूं छड्डदा नहीं। ठीक इहो जी स्थिति जो सी नूर बेग दी सी, वो मुहम्मद नादिर शाह ईरानी दियां सैना उत्ते एकदम पूरे ताऽ दे विच आके बड़े गुस्से दे विच आके बड़ी शक्ति दे नाल दृढ़ संकल्प हो के जिੱਤ नूं प्राप्त करन दे लई औलिया। वो जुट पे दोवें सूरमे रण घागे हारे। इस तरह वो दोवें सूरमे भाव मिर्जा नूर बेग ते जो सी ईरानी सैनापति दोवें सूरमे सन, क्योंकि दोवें बहादुर सन। ये वार का नियम है, वार जो है उस दे विच असूलों की भी टक्कर हुंदी है, बहादरी सूरमियां की टक्कर हुंदी है। सो दोवें सूरमे दोहां सैनावां दे सैनापति जो सन एक दूजे दे नाल बड़ा भयानक युद्ध कर रहे सन, गुत्थम गुत्था हो रहे सन, रण घागे हारे एक तरह दे नाल उन्हां दे युद्ध दे मैदान दे विच रण दे विच बड़े वो घाग सन। दोवें युद्ध नीति दे विच पारंगत सन, बड़े घाग सैनापति सन, ते दोवें जिहड़े सन हारना नहीं सी जाणदे, दोवें हर हीले जितना चाहुंदे सन। इसलिए हर विधि दे नाल, हर ढंग दे नाल, हर तरीके दे नाल वो मैदानी जंग दे विच अपने जो लड़ा रहे सन पेच। ज्यों कर सुते आरण उत्ते आरणे ता धरे लोहारे, तो इस तरह एक दूजे के उत्ते हल्ला बोल रहे सन। ज्यों कर जिस तरह आरणे दे उत्ते भाव लोहे दे वधान दे उत्ते, यानी कि उस लोहे दे वड्डे सारे जो प्लेटफॉर्म हुंदा है उस दे उत्ते ता धरे लोहारे, उसनूं लोहा गर्म करके ता के गर्म करके लोहार जो है आरन दे उत्ते रख के वधान दे नाल सट मारदा है। भाव जिस तरह लोहार लोहे नूं गर्म करके धर दिंदा है किस उत्ते आरन दे उत्ते, ते उत्ते वधान दे नाल सट मारदा है, तो लोहा एक नवी शक्ल ग्रहण कर जाता है, एक नवा संद बन जाता है। ठीक इस तरह दोवें सैनावां दे सैनापति जो सन एक दूजे दे उत्ते बड़े गर्म जोशी दे नाल हमले कर रहे सन। वो मारन सट वधान वांग हो पब्बां बारे, वो वधान वांग जिस तरह लोहार जो है वधान दे नाल
ਆਰਨ 'ਤੇ ਸੱਟ ਮਾਰਦਾ ਹੈ, ਠੀਕ ਇਸੇ ਤਰ੍ਹਾਂ ਦੋਹੇ ਸੈਨਾਪਤੀ ਜੋ ਸਨ ਇੱਕ ਦੂਜੇ ਦੇ ਉੱਤੇ ਵਧਾਣ ਦੇ ਵਾਂਗ ਵਰ ਰਹੇ ਸਨ, ਪੱਬਾਂ ਭਾਰ ਹੋ ਕੇ ਬੜੀ ਫੁਰਤੀਲੇਪਨ ਦੇ ਨਾਲ ਯੁੱਧ ਦੇ ਵਿੱਚ ਲੜ ਰਹੇ ਸਨ। ਕਰ ਝੜ ਕੜਕ ਕੜਾਕ ਕੜਕ ਢਾਲੀ ਬਲਖਾਰੇ, ਇੰਨਾ ਭਿਆਨਕ ਯੁੱਧ ਕਰ ਰਹੇ ਸਨ ਕਿ ਉਹਨਾਂ ਦੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਢਾਲਾਂ ਜੋ ਸਨ। ਢਾਲਾਂ ਇੱਕ ਦੁਸ਼ਮਣ ਦੇ ਵਾਰ ਨੂੰ ਬਚਾਉਣ ਦਾ ਇੱਕ ਢਾਲ ਹੁੰਦੀ ਹੈ, ਅੱਗੇ ਕਰਕੇ ਉਹ ਮੈਦਾਨੇ ਜੰਗ ਦੇ ਵਿੱਚ ਸਿਪਾਹੀ ਲੜਦੇ ਸਨ। ਸੋ ਕਵੀ ਕਹਿ ਰਿਹਾ ਹੈ ਕਿ ਇੱਕ ਦੂਜੇ ਦੇ ਉੱਤੇ ਇੰਨੇ ਭਿਆਨਕ ਉਹ ਹਮਲੇ ਕਰ ਰਹੇ ਹਨ ਕਿ ਉਹਨਾਂ ਦੀਆਂ ਜਿਹੜੀਆਂ ਢਾਲਾਂ ਸਨ ਉਹ ਵੀ ਝੜ ਗਈਆਂ ਸਨ, ਕੜਕ ਕੜਾਕ ਕਰਦਿਆਂ ਹੋਇਆਂ, ਯਾਨੀ ਕਿ ਇੱਕ ਦੂਜੇ ਦੇ ਉੱਤੇ ਇੰਨਾ ਭਿਆਨਕ ਹਮਲਾ ਕਰ ਰਹੇ ਸਨ ਕਿ ਸੈਨਿਕਾਂ ਦੇ ਵਿੱਚ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਢਾਲਾਂ ਜੋ ਸਨ ਆਪਣੇ ਬਚਾਵ ਦੇ ਲਈ, ਯਾਨੀ ਕਿ ਆਪਣਾ ਬਚਾਵ ਵੀ ਕਰ ਰਹੇ ਸਨ ਅਤੇ ਦੁਸ਼ਮਣ ਦੇ ਆਹੂ ਵੀ ਲਾ ਰਹੇ ਸਨ, ਦੁਸ਼ਮਣ 'ਤੇ ਹਮਲਾ ਵੀ ਕਰ ਰਹੇ ਸਨ, ਦੁਸ਼ਮਣ ਨੂੰ ਆਪਣਾ ਨਿਸ਼ਾਨਾ ਵੀ ਬਣਾ ਰਹੇ ਸਨ ਅਤੇ ਦੁਸ਼ਮਣ ਦੇ ਨਿਸ਼ਾਨੇ ਤੋਂ ਖੁਦ ਬਚ ਵੀ ਰਹੇ ਸਨ। ਅਤੇ ਇਸ ਤਰ੍ਹਾਂ ਦੋਹਾਂ ਦੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਢਾਲਾਂ ਜਿਹੜੀਆਂ ਸਨ ਉਹਨਾਂ 'ਤੇ ਨਿਰੰਤਰ ਵਾਰ ਹੋਣ ਸਦਕਾ, ਕਿਉਂਕਿ ਉਹ ਲੋਹੇ ਦੀਆਂ ਬਣੀਆਂ ਹੁੰਦੀਆਂ ਨੇ ਅਤੇ ਨਿਰੰਤਰ ਉੱਤੇ ਲੋਹੇ ਦੇ ਉੱਤੇ ਲੋਹਾ ਵੱਜਣ ਸਦਕਾ ਲੋਹਾ ਇੰਨਾ ਗਰਮ ਹੋ ਗਿਆ ਸੀ ਕਿ ਉਹ ਢਾਲਾਂ ਜਿਹੜੀਆਂ ਸਨ ਉਹ ਵੀ ਟੁੱਟ ਰਹੀਆਂ ਸਨ ਕੜਾਕ ਕੜਾਕ ਕਰਕੇ। ਹੱਥੇ ਰਹੀਆਂ ਗੱਡੀਆਂ ਉੱਡ ਗਏ ਕਿਨਾਰੇ, ਇੱਥੋਂ ਤੱਕ ਕਿ ਉਹਨਾਂ ਸੈਨਿਕਾਂ ਦੇ ਹੱਥਾਂ ਦੇ ਵਿੱਚ ਜੋ ਹੱਥੇ ਸਨ, ਢਾਲਾਂ ਨੂੰ ਫੜਨ ਵਾਲੀਆਂ ਜਿਹੜੀਆਂ ਮੁੱਠਾਂ ਸਨ ਉਹੀ ਫੜੀਆਂ ਰਹਿ ਗਈਆਂ ਅਤੇ ਬਾਕੀ ਜੋ ਢਾਲ ਸੀ ਉਹ ਟੁੱਟ ਕੇ ਇੱਕ ਤਰ੍ਹਾਂ ਦੇ ਨਾਲ ਜ਼ਮੀਨ 'ਤੇ ਜਾ ਪਈ ਸੀ। ਉੱਡ ਗਏ ਕਿਨਾਰੇ, ਉਹਨਾਂ ਦੇ ਕਿਨਾਰੇ ਝੜ ਗਏ ਸਨ, ਫੁੱਲ ਢਾਲਾਂ ਦੇ ਝੜ ਪਏ ਕਉ ਕਿਤ ਕਿਨਾਰੇ। ਕਵੀ ਕਹਿ ਰਿਹਾ ਕਿ ਢਾਲਾਂ ਦੇ ਜਿਹੜੇ ਫੁੱਲ ਸਨ ਉੱਤੇ ਲੱਗੇ ਹੋਏ ਉਹ ਇਸ ਤਰ੍ਹਾਂ ਝੜ ਗਏ ਸਨ ਜਿਸ ਤਰ੍ਹਾਂ ਲੋਹੇ ਨੂੰ ਜਿਵੇਂ ਕੋਈ ਪਲਾਸਟਿਕ ਪਿਘਲ ਕੇ ਡਿੱਗ ਰਿਹਾ ਹੁੰਦਾ ਹੈ, ਠੀਕ ਜੋ ਸੈਨਿਕ ਸਨ ਉਹਨਾਂ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਢਾਲਾਂ ਜੋ ਸਨ ਉਹਨਾਂ ਦੇ ਕਿਨਾਰੇ ਝੜ ਝੜ ਕੇ ਥੱਲੇ ਧਰਤੀ 'ਤੇ ਡਿੱਗ ਰਹੇ ਸਨ। ਜਿਉਂ ਆਤਿਸ਼ਬਾਜ਼ਾਂ ਫੂਕਿਆ ਫੁੱਲ ਝੜੀ ਅਨਾਰੇ, ਅਤੇ ਇਹੋ ਜਿਹਾ ਮੈਦਾਨੇ ਜੰਗ ਦਾ ਇੱਕ ਖੌਫਨਾਕ ਨਜ਼ਾਰਾ ਪੇਸ਼ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਆਤਿਸ਼ਬਾਜ਼ ਜੋ ਹਨ ਫੁੱਲ ਝੜੀਆਂ ਅਤੇ ਅਨਾਰ ਚਲਾਉਂਦੇ ਹਨ, ਠੀਕ ਇਸੇ ਤਰ੍ਹਾਂ ਹੀ ਮੈਦਾਨੇ ਜੰਗ ਦੇ ਵਿੱਚ ਢਾਲਾਂ ਜੋ ਸਨ ਉਹ ਗਰਮ, ਕਿਉਂਕਿ ਉਹਨਾਂ ਦੇ ਵਿੱਚੋਂ ਚਿੰਗਿਆੜੇ ਨਿਕਲ ਰਹੇ ਸਨ ਢਾਲਾਂ ਦੇ ਉੱਤੇ ਲੋਹੇ ਦੇ ਉੱਤੇ ਲੋਹੇ ਨਾਲ ਵਾਰ ਕਰਨ ਸਦਕਾ, ਅਤੇ ਇਸ ਤਰ੍ਹਾਂ ਉਹ ਚਿੰਗਿਆੜੇ ਇਸ ਤਰ੍ਹਾਂ ਦਾ ਮਾਹੌਲ ਸਿਰਜ ਰਹੇ ਸਨ ਜਿਵੇਂ ਆਤਿਸ਼ਬਾਜ਼ ਫੁੱਲ ਝੜੀਆਂ 'ਤੇ ਅਨਾਰ ਚਲਾਉਂਦੇ ਹਨ। ਉਹ ਚੱਪਾ ਚੱਲ ਨਾ ਜਾਣਦੇ ਹੈਣ ਵੱਡੇ ਹੰਸਿਆਰੇ, ਭਾਵ ਦੋਹਾਂ ਧਿਰਾਂ ਦੀਆਂ ਸੈਨਾਵਾਂ ਜਿਹੜੀਆਂ ਸਨ ਇੰਨਾ ਬਹਾਦਰੀ ਦੇ ਨਾਲ, ਸੂਰਮ ਗਤੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੜ ਰਹੀਆਂ ਸਨ ਕਿ ਕੋਈ ਵੀ ਸੈਨਿਕ ਜੋ ਸੀ ਦੋਹਾਂ ਧਿਰਾਂ ਦਾ ਚੱਪਾ ਚੱਲ ਨਾ ਜਾਣਦੇ, ਭਾਵ ਇੱਕ ਚੱਪਾ ਵੀ ਪਿਛਾਂਹ ਹਟਣਾ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਹੈਣ ਵੱਡੇ ਹੰਸਿਆਰੇ, ਦੋਵਾਂ ਧਿਰਾਂ ਦੇ ਸੈਨਿਕ ਜਿਹੜੇ ਸਨ ਉਹ ਬੜੇ ਹੰਸਿਆਰੇ ਸਨ, ਭਾਵ ਬੜੇ ਬਹਾਦਰ ਸਨ, ਸੂਰਮੇ ਸਨ ਅਤੇ ਅਣਖੀ ਯੋਧੇ ਵੀ ਸਨ, ਅਤੇ ਉਹ ਦੁਸ਼ਮਣ ਨੂੰ ਮੈਦਾਨੇ ਜੰਗ ਦੇ ਵਿੱਚ ਮਾਰਨਾ ਹੀ ਉਹਨਾਂ ਦਾ ਧਰਮ ਸੀ, ਮਾਰਨਾ ਹੀ ਉਹਨਾਂ ਦਾ ਮੁੱਖ ਮਕਸਦ ਸੀ। ਖੁਦ ਨੂੰ ਉਹ ਪਿੱਛੇ ਇੱਕ ਚੱਪਾ, ਇੱਕ ਕਦਮ ਚੱਪਾ ਯਾਨੀ ਕਿ 4 ਉਂਗਲਾਂ ਵੀ ਮੈਦਾਨੇ ਜੰਗ ਦੇ ਵਿੱਚ ਉਹ ਪੈਰ ਪਿਛਾਂਹ ਨਹੀਂ ਸਨ ਧਰ ਰਹੇ, ਬਲਕਿ ਨਿਰੰਤਰ ਅੱਗੇ ਹੀ ਵੱਧਦੇ ਜਾ ਰਹੇ ਸਨ। ਪਰ ਵੇਖ ਰਜ਼ਾ ਖੁਦਾ ਦੀ ਕੌਣ ਜਿੱਤੇ ਹਾਰੇ, ਕਵੀ ਕਹਿ ਰਿਹਾ ਕਿ ਇੰਨਾ ਭਿਆਨਕ ਯੁੱਧ ਹੋ ਰਿਹਾ ਸੀ ਕਿ ਦੋਵੇਂ ਧਿਰਾਂ ਜਿਹੜੀਆਂ ਸਨ ਲੜਾਈ ਦੇ ਵਿੱਚ, ਆਪਣੇ ਸੂਰਮਗਤੀ ਦੇ ਵਿੱਚ, ਆਪਣੀਆਂ ਮੈਦਾਨੇ ਜੰਗ ਦੀਆਂ ਨੀਤੀਆਂ ਦੇ ਵਿੱਚ ਕਿਸੇ ਪੱਖੋਂ ਘੱਟ ਨਹੀਂ ਸਨ। ਦੋਹੇਂ ਧਿਰਾਂ ਇਸ ਤਰ੍ਹਾਂ ਸੂਰਮਗਤੀ ਦੇ ਨਾਲ ਲੜ ਰਹੀਆਂ ਸਨ ਅਤੇ ਹੁਣ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ, ਕਿਉਂਕਿ ਮੈਦਾਨੇ ਜੰਗ ਦਾ ਇਹ ਅਸੂਲ ਹੈ, ਇਹ ਨੀਤੀ ਹੈ ਕਿ ਇੱਕ ਧਿਰ ਨੇ ਜਿੱਤਣਾ ਹੁੰਦਾ ਹੈ, ਇੱਕ ਧਿਰ ਨੇ ਹਾਰਨਾ ਹੁੰਦਾ ਹੈ, ਅਤੇ ਦੋਵੇਂ ਹੀ ਧਿਰਾਂ ਆਪਣੇ ਵੱਲੋਂ ਪੂਰੀ ਵਾਹ ਲਾਉਂਦੀਆਂ ਹਨ ਜਿੱਤਣ ਦੀ ਅਤੇ ਦੂਸਰੇ ਨੂੰ ਹਰਾਉਣ ਦੀ। ਕਵੀ ਕਹਿ ਰਿਹਾ ਕਿ ਇੰਨਾ ਕਾਂਟੇ ਦੀ ਟੱਕਰ ਸੀ, ਇੰਨਾ ਭਿਆਨਕ ਯੁੱਧ ਹੋ ਰਿਹਾ ਸੀ ਕਿ ਹੁਣ ਦੇਖੋ ਰੱਬ ਨੂੰ ਕੀ ਮਨਜ਼ੂਰ ਹੈ ਮੈਦਾਨੇ ਜੰਗ ਦੇ ਵਿੱਚ, ਕਿਸ ਦੀ ਧਿਰ ਬਣ ਕੇ ਰੱਬ ਜੋ ਹੈ ਕਿਸ ਨੂੰ ਜਿਤਾਉਂਦਾ ਹੈ ਅਤੇ ਕਿਸ ਨੂੰ ਹਰਾ ਦਿੰਦਾ ਹੈ, ਇਹ ਤਾਂ ਹੁਣ ਵਕਤ ਹੀ ਦੱਸੇਗਾ। ਭਾਵ ਯਾਨੀ ਕਿ ਜੋ ਉਹਨਾਂ ਦਾ ਵਰਤਮਾਨ ਸੀ ਉਹ ਆਪਣਾ ਬੈਸਟ ਦੇਣ ਦੀ, ਆਪਣੇ ਵੱਲੋਂ ਵੱਧ ਤੋਂ ਵੱਧ ਸੂਰਮਤਾਈ ਦੇ ਨਾਲ ਲੜਨ ਦੀ ਕੋਸ਼ਿਸ਼ ਕਰ ਰਹੇ ਸਨ। ਦੋਹਾਂ ਦਾ ਮਕਸਦ ਜਿੱਤ ਪ੍ਰਾਪਤ ਕਰਨਾ ਸੀ
ਤੇ ਅਜਿਹੇ ਜੋ ਭਿਆਨਕ ਯੁੱਧ ਦੇ ਵਿੱਚ ਕਾਂਟੇ ਦੀ ਟੱਕਰ ਵਾਲੀ ਲੜਾਈ ਦੇ ਵਿੱਚ ਕਿਹੜੀ ਧਿਰ ਜਿੱਤਦੀ ਹੈ, ਕਿਹੜੀ ਧਿਰ ਹਾਰਦੀ ਹੈ, ਇਹ ਤਾਂ ਹੁਣ ਕੁਦਰਤ ਨੂੰ ਪਤਾ ਸੀ। ਫਿਰ ਕਵੀ ਕਹਿ ਰਿਹਾ ਹੈ ਕਿ ਨਾਦਰ ਤੁਬਕ ਵਜੁਤੀਆਂ ਸਾਰ ਦਾਨੇ ਘੜੀ ਫਿਰੰਗ ਦੀ, ਕਿ ਅੰਤ ਜੋ ਹੈ ਨਾਦਰ ਸ਼ਾਹ ਨੇ ਜਦੋਂ ਦੇਖਿਆ ਕਿ ਕਾਂਟੇ ਦੀ ਟੱਕਰ ਹੈ ਮੈਦਾਨੇ ਜੰਗ ਦੇ ਵਿੱਚ, ਦੋਹਾਂ ਧਿਰਾਂ ਦੇ ਸੈਨਿਕ ਬੜੀ ਬਹਾਦਰੀ ਦੇ ਨਾਲ ਲੜ ਰਹੇ ਸਨ, ਤਾਂ ਹੁਣ ਜੋ ਸੀ ਸੂਰਮਗਤੀ ਦੇ ਨਾਲ ਨਹੀਂ ਬਲਕਿ ਯੁੱਧ ਅਤੇ ਪਿਆਰ ਅਤੇ ਜੰਗ ਵਿੱਚ ਕਹਿੰਦੇ ਕਿ ਸਭ ਕੁਝ ਜਾਇਜ਼ ਹੁੰਦਾ ਹੈ, ਹਰ ਧਿਰ ਆਪਣਾ ਵਾਹ ਲਾਉਣ ਦੀ ਕੋਸ਼ਿਸ਼ ਕਰਦੀ ਹੈ। ਅਤੇ ਫਿਰ ਨਾਦਰ ਸ਼ਾਹ ਨੇ ਨੀਤੀ ਤੋਂ ਕੰਮ ਲੈਂਦਿਆਂ ਹੋਇਆਂ ਆਪਣਾ ਤੁਬਕ ਤੋਂ ਭਾਵ ਹੈ ਛੋਟੀ ਬੰਦੂਕ, ਯਾਨੀ ਕਿ ਛੋਟੀਆਂ ਜੋ ਬੰਦੂਕਾਂ ਸਨ, ਵਜੁੱਤੀਆਂ ਜੋ ਕਿ ਉਹਦੇ ਹੱਥ ਵਿੱਚ ਫੜੀ ਹੋਈ ਸੀ ਜਾਂ ਫੜੀਆਂ ਹੋਈਆਂ ਸਨ, ਉਸ ਤੋਂ ਕੰਮ ਲੈਣ ਦੇ ਲਈ ਚਾਲ ਚੱਲੀ ਸਾਰਦਾਨੇ ਘੜੀ ਫਿਰੰਗ ਦੀ। ਉਹ ਤੁਬਕ ਭਾਵ ਉਹ ਬੰਦੂਕ ਜਿਹੜੀ ਸੀ ਉਹ ਕਿਸੇ ਯਾਨੀ ਕਿ ਵਿਦੇਸ਼ੀ ਮੁਲਕ ਫਿਰੰਗੀਆਂ ਦੇ ਦੇਸ਼ ਯੂਰਪ ਤੋਂ ਖਰੀਦੀ ਗਈ ਸੀ। ਸਾਰਦਾਨੇ, ਸਾਰ ਤੋਂ ਭਾਵ ਹੈ ਲੋਹਾ, ਅਤੇ ਦਾਨਾ ਕਿਸੇ ਸਿਆਣੇ ਕਿਸੇ ਸੁਘੜ ਹੱਥਾਂ ਦੀ ਬਣੀ ਹੋਈ ਸੀ, ਘੜੀ ਹੋਈ ਸੀ, ਬਣਾਈ ਗਈ ਸੀ। ਸੋ ਕਿਸੇ ਯੂਰਪੀ ਦੇਸ਼ ਤੋਂ ਕਿਸੇ ਚੰਗੇ ਕਾਰੀਗਰ ਦੇ ਹੱਥਾਂ ਦੀ ਬਣਾਈ ਹੋਈ ਜੋ ਬੰਦੂਕ ਸੀ ਉਹ ਨਾਦਰ ਸ਼ਾਹ ਦੇ ਹੱਥ ਵਿੱਚ ਸੀ ਫੜੀ ਹੋਈ। ਉਹਦੀ ਮਾਂ ਕਲ ਅਤੇ ਪਿਓ ਨਾਰਦ, ਉਹ ਸਕੀ ਭੈਣ ਭੁਜੰਗ ਦੀ, ਕਿਉਂਕਿ ਜਿੱਥੇ ਵੀ ਮੈਦਾਨੇ ਜੰਗ ਹੋਵੇ ਜਾਂ ਕਿਤੇ ਵੀ ਲੜਾਈ ਝਗੜਾ ਹੋਵੇ, ਜਿੱਥੇ ਬੰਦੂਕ ਹੱਥ ਵਿੱਚ ਆ ਜਾਂਦੀ ਹੈ ਅਤੇ ਬੰਦੂਕ ਜਿਹੜੀ ਹੈ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਕਿਉਂਕਿ ਬੰਦੂਕ ਇੱਕ ਅਜਿਹਾ ਹਥਿਆਰ ਹੈ ਜਿਸ ਨੇ ਦੂਰੋਂ ਮਾਰ ਕਰਨੀ ਹੈ। ਸੋ ਕਵੀ ਕਹਿ ਰਿਹਾ ਹੈ ਕਿ ਉਹਦੀ ਮਾਂ ਕਲ ਅਤੇ ਪਿਓ ਨਾਰਦ, ਭਾਵ ਜਿੱਥੇ ਲੜਾਈ ਝਗੜਾ ਹੋਵੇ, ਜਿੱਥੇ ਚੁਗਲੀ ਦਾ ਮਾਹੌਲ ਹੋਵੇ, ਭਾਵੇਂ ਕਿਸੇ ਘਰ ਵਿੱਚ, ਪਰਿਵਾਰ ਵਿੱਚ, ਕਿਸੇ ਦੇਸ਼ ਦੇ ਵਿੱਚ, ਜਦੋਂ ਉਹਨਾਂ ਲੜਾਈ ਕਰਨ ਵਾਲਿਆਂ ਦੇ ਹੱਥਾਂ ਦੇ ਵਿੱਚ ਬੰਦੂਕ ਆ ਜਾਵੇ, ਉਹ ਸੱਕੀ ਭੈਣ ਭੁਜੰਗ ਦੀ। ਭੁਜੰਗ ਤੋਂ ਭਾਵ ਹੈ ਸੱਪ। ਜਿਵੇਂ ਕੋਈ ਜ਼ਹਿਰੀਲੇ ਸੱਪ ਦਾ ਡਸਿਆ ਹੋਇਆ ਮਨੁੱਖ ਜੋ ਹੈ ਬਚ ਨਹੀਂ ਸਕਦਾ, ਠੀਕ ਉਸੇ ਤਰ੍ਹਾਂ ਬੰਦੂਕ ਦਾ ਨਿਸ਼ਾਨੇ ਹੇਠ ਵੀ ਜੋ ਮਨੁੱਖ ਆ ਜਾਵੇ ਉਹ ਬਚ ਨਹੀਂ ਸਕਦਾ, ਮੌਤ ਤੋਂ ਉਹ ਬਚ ਕੇ ਕਿਤੇ ਵੀ ਜਾ ਨਹੀਂ ਸਕਦਾ। ਉਹ ਅੜੇ ਨਾ ਜਿਰਾ ਬਖਤਰਾਂ ਰਤ ਪੀਂਦੀ ਮੂਲ ਨਾ ਸੰਗਦੀ, ਉਹ ਅੜੇ ਨਾ ਜਿਰਾ ਬਖਤਰਾਂ, ਭਾਵ ਜੋ ਨਾਦਰ ਸ਼ਾਹ ਦੇ ਕੋਲ ਬੰਦੂਕ ਸੀ ਜਾਂ ਤੁਬਕ ਸੀ, ਉਹ ਅਜਿਹੀ ਬੰਦੂਕ ਸੀ ਕਿ ਜਿਸ ਨੂੰ ਵੱਜਣੀ ਸੀ ਉਸਨੇ ਉਸ ਨੂੰ ਮੌਤ ਦੇ ਘਾਟ ਉਤਾਰ ਹੀ ਦੇਣਾ ਸੀ। ਜਿਰਾ ਬਖਤਰ ਤੋਂ ਭਾਵ ਹੈ ਜਿਸ ਤਰ੍ਹਾਂ ਇੱਕ ਸੇਫਟੀ ਕਵਚ ਜਿਹੜਾ ਹੁੰਦਾ ਹੈ ਆਪਣੇ, ਜੋ ਜਿਵੇਂ ਬੁਲਟ ਪ੍ਰੂਫ ਕਹਿ ਸਕਦੇ ਹਾਂ, ਭਾਵ ਜਿਹੜੀਆਂ ਬੁਲਟ ਪ੍ਰੂਫ ਜਾਕਟਾਂ ਹਨ, ਉਹ ਬੰਦੂਕ, ਉਹ ਤੁਬਕ ਜੋ ਨਾਦਰ ਸ਼ਾਹ ਕੋਲ ਸੀ ਅਜਿਹੀ ਸੀ ਕਿ ਬੁਲਟ ਪ੍ਰੂਫ ਜਾਕਟ ਜੋ ਸੀ ਉਸ ਦੇ ਵਿੱਚ ਵੀ ਉਹ ਮਾਰ ਕਰ ਸਕਦੀ ਸੀ। ਰਤ ਪਿੰਦੀ ਮੂਲ ਨਾ ਸੰਗਦੀ, ਉਹ ਇੱਕ ਅਜਿਹੀ ਬੰਦੂਕ ਸੀ ਜੋ ਦੁਸ਼ਮਣ ਦਾ, ਭਾਵ ਜਿਸ ਨੂੰ ਵੀ ਉਹ ਲੱਗਦੀ, ਭਾਵੇਂ ਕੋਈ ਆਪਣਾ ਸੀ ਭਾਵੇਂ ਪਰਾਇਆ ਸੀ, ਉਸਨੇ ਉਸਦਾ ਰਤ ਪੀਣਾ ਸੀ, ਖੂਨ ਪੀਣਾ ਸੀ, ਭਾਵ ਮੌਤ ਦੇ ਘਾਟ ਉਤਾਰ ਦੇਣਾ ਸੀ। ਔਰ ਅਜਿਹਾ ਕਰਨ ਲੱਗਿਆਂ ਉਸਨੂੰ ਕੋਈ ਸੰਕੋਚ ਨਹੀਂ ਸੀ। ਉਸ ਧਰ ਤਲੀ 'ਤੇ ਵੱਡੀਆਂ ਛੇੜ ਪਿੱਠ ਦਈਆ ਤੁਰੰਜ ਦੀ। ਕਵੀ ਕਹਿ ਰਿਹਾ ਹੈ ਕਿ ਨਾਦਰ ਸ਼ਾਹ ਨੇ ਉਹ ਬੰਦੂਕ ਜੋ ਸੀ ਆਪਣੀ ਤਲੀ ਦੇ ਉੱਪਰ ਟਿਕਾ ਲਈ, ਤਲੀ ਦੇ ਉੱਪਰ ਧਰ ਲਈ, ਅਤੇ ਜੋ ਖਾਨ ਦੌਰਾ ਸੀ ਮੁਹੰਮਦ ਸ਼ਾਹ ਰੰਗੀਲੇ ਦਾ ਸੈਨਾਪਤੀ, ਉਸਨੂੰ ਨਿਸ਼ਾਨਾ ਬਣਾ ਲਿਆ ਛੇੜ ਪਿੱਠ ਦਈਆ ਤੁਰੰਜ ਦੀ। ਅਤੇ ਇਸ ਤਰ੍ਹਾਂ ਉਸਨੇ ਬੰਦੂਕ ਨੂੰ ਤਲੀ 'ਤੇ ਟਿਕਾ ਕੇ, ਅਤੇ ਤੁਰੰਜ ਤੋਂ ਭਾਵ ਹੈ ਘੋੜਾ, ਯਾਨੀ ਕਿ ਬੰਦੂਕ ਦਾ ਜੋ ਘੋੜਾ ਸੀ ਉਹ ਦਬਾ ਦਿੱਤਾ। ਕਿਸ ਦੇ ਉੱਤੇ? ਜੋ ਦੌਰਾ ਖਾਂ ਸੀ, ਜੋ ਸੈਨਾਪਤੀ ਮੁਹੰਮਦ ਸ਼ਾਹ ਰੰਗੀਲੇ ਦਾ, ਖਾਨ ਦੌਰਾ, ਉਸ ਨੂੰ ਪਿੱਛੋਂ ਯਾਨੀ ਕਿ ਪਿੱਠ ਪਾਸਿਓਂ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ। ਦੁਸ਼ਮਣ ਨੂੰ ਮਾਰਨ ਦੇ ਲਈ ਹਮੇਸ਼ਾ ਯੋਧੇ ਜਿਹੜੇ ਨੇ ਉਹ ਸਾਹਮਣਿਓਂ ਲੜਦੇ ਨੇ, ਭਾਵ ਨਾਦਰ ਸ਼ਾਹ ਨੇ ਉਸ ਯੁੱਧ ਨੂੰ ਜਿੱਤਣ ਦੇ ਲਈ ਖਾਨ ਦੌਰਾ ਦੀ ਪਿੱਠ 'ਤੇ ਹਮਲਾ ਕੀਤਾ। ਨਾਜ਼ਾਬਤ ਗੱਲਾਂ ਅਗਲੀਆਂ ਵੱਡੀ ਗੋਟ ਮਾਰੀ ਸ਼ਤਰੰਜ ਦੀ। ਕਵੀ ਕਹਿ ਰਿਹਾ ਹੈ ਨਜ਼ਾਬਤ ਕਿ ਗੱਲਾਂ ਅਗਲੀਆਂ, ਭਾਵ ਇਸ ਗੱਲ ਦੇ ਵੀ ਜਹਾਨ 'ਤੇ ਚਰਚੇ ਹੋਣਗੇ ਕਿ ਪਿੱਠ 'ਤੇ ਵਾਰ ਕਰਨ ਵਾਲਾ ਕਦੇ ਵੀ ਸੂਰਮਾ ਨਹੀਂ ਹੋ ਸਕਦਾ। ਇਹਦਾ ਮਤਲਬ ਕਿ ਖਾਨ ਦੌਰਾ ਜੋ ਸੀ ਇੰਨਾ ਬਹਾਦਰ ਸੀ, ਉਸ ਦੇ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਨਾਦਰ ਖਾਂ ਕਦੇ ਵੀ ਜਿੱਤ ਨਹੀਂ ਸੀ ਸਕਦਾ। ਉਸ ਦੀ ਪਿੱਠ ਪਿੱਛੇ ਹਮਲਾ ਕੀਤਾ, ਔਰ ਪਿੱਠ ਪਿੱਛੇ ਹਮਲੇ ਕਰਨ ਵਾਲੇ ਨੂੰ ਹਮੇਸ਼ਾ ਕਾਇਰ ਕਿਹਾ ਜਾਂਦਾ ਹੈ। ਕਵੀ ਕਹਿ ਰਿਹਾ ਕਿ ਨਜ਼ਾਬਤ ਗੱਲਾਂ ਅਗਲੀਆਂ, ਇਸ ਦਾ
जो जिक्र है, इसका इतिहास जो है अगे लिखिया जाएगा कि किस तरह नादर शाह ने मुहम्मद शाह रंगीले के सैनापति जो खान दौरा सी उसकी पिठ ते हमला करके उसनू बड़े धोखे दे नाल मैदाने जंग दे विच मारिया सी, वड्डी गोट मारी शतरंज दी। पर फिर कवि कह रहा कि चलो ये तो बाद दीयां गल्लां ने, जदों होणगियां खलकत इसका जो है करेगी नतारा, पर वड्डी गोट मारी शतरंज की हाल की घड़ी तो उसने एक अजिही गोट, एक अजिही बाजी मार ली सी जिवें शतरंज का खिलाड़ी जो है अपने विरोधी की बाजी मारना ही अपना धर्म समझदा है। इस तरह के नाल नादर शाह ने उस घड़ी मैदाने जंग दे विच जितण दे लई मुहम्मद शाह रंगीले की सैना नूं हराउण दे लई भावें जो सी कायरता वाली गल ही कीती सी, पिठ ते हमला कीता सी उसदे, पर हाल की घड़ी खान दौरा की मौत के नाल जो सी युद्ध का पासा पलट गया और नादर शाह जो सी ईरानी वो जेतू करार हो गया। मुहम्मद शाह रंगीले की सैना हार गई तो एक तरह के नाल जित का सिहरा नादर शाह के सिर ते जा टिकिया। भावें कुछ ही चाल ही सी, पर शतरंज युद्ध ते शतरंज की चाल दे विच सब कुछ जायज़ हुंदा है और उही नादर शाह ने कीता सी। इस वार दे विच समुचे तौर दे विच जेकर असीं कहीए तो नजाबत की लिखी हुई वार जो है वीर साहित्य की एक वडमुली रचना है, क्योंकि चंडी की वार तो बाद जेकर कोई अहम रचना है वार काव्य दे विच तां वो नजाबत की नादर शाह की वार है। सो इतिहासक दृष्टि तो भी इसका बहुत वड्डा महत्व है तो साहित्यक दृष्टि तो भी, क्योंकि चंडी की वार तो बाद ये वार जो है नादर शाह की जो सिरखंडी छंद दे विच लिखी हुई है और पौड़ी यानी कि पौड़ियां दे विच ते सिरखंडी छंद या निशानी छंद जो है इस दे विच वरतिया गया है। ये साहित्यक दृष्टि तो भी वडमुली रचना हो निबड़ी है। उम्मीद है कि नादर शाह दी वार जो है इसकी प्रसंग सहित व्याख्या बहुत चंगी तरह तुहानूं स्पष्ट हो गई होवेगी। धन्यवाद।